ਗੁੱਡ ਮਾਰਨਿੰਗ ਟੂ ਆਲ ਆਫ ਯੂ। ਮੇਰਾ ਨਾਮ ਕਮਲਪ੍ਰੀਤ ਕੌਰ ਹੈ ਅਤੇ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮੱਲੀਆਂ ਵਿਖੇ ਬਤੌਰ ਵੋਕੇਸ਼ਨਲ ਟ੍ਰੇਨਰ ਐਗਰੀਕਲਚਰ ਸੇਵਾ ਨਿਭਾ ਰਹੀ ਹਾਂ। ਅੱਜ ਜਿਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੀ ਹਾਂ ਉਹ ਹੈ ਮੈਥਡਸ ਆਫ ਕਮਿਊਨੀਕੇਸ਼ਨ, ਭਾਵ ਸੂਚਨਾ ਸੰਚਾਰ ਦੇ ਢੰਗ। ਅੱਜ ਦੇ ਯੁੱਗ ਵਿੱਚ ਸੂਚਨਾ ਸੰਚਾਰ ਬਹੁਤ ਹੀ ਖਾਸ ਵਿਸ਼ਾ ਬਣ ਚੁੱਕਾ ਹੈ। ਇਸ ਵਿੱਚ ਅਸੀਂ ਵੇਖਾਂਗੇ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਆਪਣੇ ਭਾਵਾਂ ਨੂੰ ਦੂਸਰੇ ਨਾਲ ਸਾਂਝਾ ਕਰਦਾ ਹੈ ਅਤੇ ਕਿਹੜੇ-ਕਿਹੜੇ ਤਰੀਕੇ ਅਪਣਾ ਕੇ ਉਹ ਆਪਣੇ ਵਿਚਾਰ ਦੂਸਰੇ ਲੋਕਾਂ ਤੱਕ ਪਹੁੰਚਾਉਂਦਾ ਹੈ। ਆਓ ਸੰਚਾਰ ਬਾਰੇ ਕੁਝ ਜਾਣੀਏ। ਸੰਚਾਰ ਭਾਵ ਕਮਿਊਨੀਕੇਸ਼ਨ। The word communication comes from the Latin word communicare meaning to share, ਜਿਸ ਤੋਂ ਭਾਵ ਹੈ ਕਿ ਸੰਚਾਰ ਸ਼ਬਦ ਲੈਟਿਨ ਭਾਸ਼ਾ ਦੇ ਇੱਕ ਸ਼ਬਦ ਕਮਿਊਨੀਕੇਅਰ ਤੋਂ ਆਇਆ ਹੈ, ਜਿਸ ਤੋਂ ਭਾਵ ਹੈ ਕਿ ਸਾਂਝਾ ਕਰਨਾ, ਜਿਸ ਦੇ ਅਨੁਸਾਰ ਅਸੀਂ ਆਪਣੇ ਵੱਖ-ਵੱਖ ਵਿਚਾਰ ਲੋਕਾਂ ਨਾਲ ਸਾਂਝੇ ਕਰਦੇ ਹਾਂ ਅਤੇ ਲੋਕਾਂ ਤੱਕ ਆਪਣੇ ਵਿਚਾਰਾਂ ਨੂੰ ਪਹੁੰਚਾਉਂਦੇ ਹਾਂ। ਇਸ ਉਪਰੰਤ ਸੰਚਾਰ ਦੇ ਕੁਝ ਅੰਗ ਹਨ, ਯਾਨੀ ਕਿ ਪਾਰਟਸ ਆਫ ਕਮਿਊਨੀਕੇਸ਼ਨ। ਸਭ ਤੋਂ ਪਹਿਲਾਂ ਸੈਂਡਰ ਭਾਵ ਸੁਨੇਹਾ ਭੇਜਣ ਵਾਲਾ। ਦੀ ਪਰਸਨ ਬਿਗਨਿੰਗ ਦੀ ਕਮਿਊਨੀਕੇਸ਼ਨ, ਮਤਲਬ ਕਿ ਉਹ ਵਿਅਕਤੀ ਜੋ ਸੰਚਾਰ ਦੀ ਸ਼ੁਰੂਆਤ ਕਰਦਾ ਹੈ। ਇੱਕ ਸੁਨੇਹਾ ਦੇਣ ਵਾਲਾ ਵਿਅਕਤੀ ਕੀ ਸੁਨੇਹਾ ਦੇਣਾ ਚਾਹੁੰਦਾ ਹੈ ਉਸ ਨੂੰ ਅਸੀਂ ਮੈਸੇਜ ਕਹਿੰਦੇ ਹਾਂ। ਤੀਸਰੇ ਨੰਬਰ 'ਤੇ ਚੈਨਲ, ਯਾਨੀ ਕਿ ਸੁਨੇਹਾ ਦੇਣ ਦਾ ਜ਼ਰੀਆ। ਦੀ ਮੀਨਸ ਬਾਈ ਵਿਚ ਇਨਫੋਰਮੇਸ਼ਨ ਇਜ਼ ਸੈਂਟ, ਜਿਸ ਜ਼ਰੀਏ ਦੁਆਰਾ ਸੁਨੇਹਾ ਦਿੱਤਾ ਗਿਆ ਹੈ ਉਸ ਨੂੰ ਚੈਨਲ ਕਿਹਾ ਜਾਂਦਾ ਹੈ। ਚੌਥੇ ਨੰਬਰ 'ਤੇ ਰਿਸੀਵਰ ਭਾਵ ਪ੍ਰਾਪਤ ਕਰਤਾ। ਦੀ ਪਰਸਨ ਟੂ ਵੋਮ ਦੀ ਮੈਸੇਜ ਇਜ਼ ਸੈਂਟ, ਜਿਸ ਵਿਅਕਤੀ ਨੂੰ ਮੈਸੇਜ ਦਿੱਤਾ ਗਿਆ ਹੈ ਉਸ ਨੂੰ ਰਿਸੀਵਰ ਕਿਹਾ ਜਾਂਦਾ ਹੈ। ਪੰਜਵੇਂ ਨੰਬਰ 'ਤੇ ਫੀਡਬੈਕ, ਜਿਸ ਤੋਂ ਭਾਵ ਹੈ ਪ੍ਰਕਿਰਿਆ। ਦੀ ਰਿਸੀਵਰਸ ਐਕਨੋਲੇਜਮੈਂਟ ਐਂਡ ਰਿਸਪੌਂਸ ਟੂ ਦੀ ਮੈਸੇਜ, ਭਾਵ ਕਿ ਇੱਕ ਪ੍ਰਾਪਤਕਰਤਾ ਸੁਨੇਹਾ ਪ੍ਰਾਪਤ ਕਰਕੇ ਕੀ ਪ੍ਰਕਿਰਿਆ ਪੈਦਾ ਕਰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਫੀਡਬੈਕ। ਹੁਣ ਤੱਕ ਅਸੀਂ ਸੰਚਾਰ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਪ੍ਰਾਪਤ ਕੀਤੀ ਸੀ ਅਤੇ ਹੁਣ ਅਸੀਂ ਅੱਜ ਦੇ ਵਿਸ਼ੇ ਭਾਵ ਸੰਚਾਰ ਦੇ ਢੰਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸਭ ਤੋਂ ਪਹਿਲਾਂ ਸੰਚਾਰ ਦੇ ਦੋ ਢੰਗ ਹੁੰਦੇ ਹਨ। ਪਹਿਲਾ ਵਰਬਲ ਯਾਨੀ ਕਿ ਜ਼ੁਬਾਨੀ, ਦੂਸਰਾ ਨੌਨ ਵਰਬਲ ਯਾਨੀ ਕਿ ਗੈਰ ਜ਼ੁਬਾਨੀ। ਹੁਣ ਸਭ ਤੋਂ ਪਹਿਲਾਂ ਵਰਬਲ ਕਮਿਊਨੀਕੇਸ਼ਨ ਭਾਵ ਜ਼ੁਬਾਨੀ ਸੰਚਾਰ। ਵਰਬਲ ਕਮਿਊਨੀਕੇਸ਼ਨ ਇਨਕਲੂਡਸ ਸਾਊਂਡਸ, ਵਰਡਸ, ਲੈਂਗੁਏਜ ਐਂਡ ਸਪੀਚ। Speaking is one of the most effective and commonly used way of communicating. It helps in expressing our emotions in words. ਜਿਸ ਤੋਂ ਭਾਵ ਹੈ ਕਿ ਜ਼ੁਬਾਨੀ ਸੰਚਾਰ ਵਿੱਚ ਆਵਾਜ਼ਾਂ, ਸ਼ਬਦ, ਭਾਸ਼ਾ ਅਤੇ ਬੋਲ ਸ਼ਾਮਿਲ ਹੁੰਦੇ ਹਨ। ਬੋਲਣਾ ਸੰਚਾਰ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਆਮ ਢੰਗ ਹੈ। ਇਹ ਸ਼ਬਦਾਂ ਵਿੱਚ ਸਾਡੀਆਂ ਭਾਵਨਾਵਾਂ ਜ਼ਾਹਿਰ ਕਰਨ ਵਿੱਚ ਸਹਾਇਤਾ ਕਰਦਾ ਹੈ। ਆਪਣੇ ਜ਼ੁਬਾਨੀ ਸੰਚਾਰ ਹੁਨਰ ਨਾਲ ਸੁਧਾਰ ਕਰਕੇ ਅਸੀਂ ਦੂਸਰਿਆਂ ਨਾਲ ਵਧੀਆ ਸੰਬੰਧ ਬਣਾ ਸਕਦੇ ਹਾਂ। ਆਓ ਜ਼ੁਬਾਨੀ ਸੰਚਾਰ ਦੇ ਕਿਸਮਾਂ ਬਾਰੇ ਜਾਣੀਏ। ਸਭ ਤੋਂ ਪਹਿਲਾਂ ਇੰਟਰਪਰਸਨਲ ਕਮਿਊਨੀਕੇਸ਼ਨ। This form of communication takes place between two individuals and thus a one-on-one conversation. It can be formal or informal. ਯਾਨੀ ਕਿ ਸੰਚਾਰ ਦਾ ਇਹ ਰੂਪ ਦੋ ਵਿਅਕਤੀਆਂ ਦਰਮਿਆਨ ਹੁੰਦਾ ਹੈ ਅਤੇ ਇਸ ਤਰ੍ਹਾਂ ਇੱਕ ਦੂਜੇ ਨਾਲ ਗੱਲਬਾਤ ਹੁੰਦੀ ਹੈ। ਇਹ ਰਸਮੀ ਜਾਂ ਗੈਰ ਰਸਮੀ ਦੋਵੇਂ ਤਰੀਕਿਆਂ ਦਾ ਹੋ ਸਕਦਾ ਹੈ। ਦੂਸਰੇ ਨੰਬਰ 'ਤੇ ਰਿਟਨ ਕਮਿਊਨੀਕੇਸ਼ਨ ਭਾਵ ਲਿਖਤੀ ਸੰਚਾਰ। This form of communication involves writing words. It can be letters, circulars, reports, manuals, SMS, social media chats, etc. It can be between two or more people. ਜਿਸ ਤੋਂ ਭਾਵ ਹੈ ਕਿ ਸੰਚਾਰ ਦੇ ਇਸ ਰੂਪ ਵਿੱਚ ਸ਼ਬਦ ਲਿਖਣੇ ਸ਼ਾਮਿਲ ਹੁੰਦੇ ਹਨ। ਇਹ ਚਿੱਠੀਆਂ, ਸਰਕੂਲਰ, ਰਿਪੋਰਟਾਂ, ਮੈਨੂਅਲ, ਸੋਸ਼ਲ ਮੀਡੀਆ ਚੈਟਾਂ ਆਦਿ ਹੋ ਸਕਦੀਆਂ ਹਨ। ਇਹ ਦੋ ਜਾਂ ਦੋ ਤੋਂ ਵੱਧ ਲੋਕਾਂ ਵਿਚਕਾਰ ਹੁੰਦੀਆਂ ਹਨ, ਜਿਵੇਂ ਕਿ ਇੱਕ ਪ੍ਰਬੰਧਕ ਇੱਕ ਕਰਮਚਾਰੀ ਨੂੰ ਇੱਕ ਪ੍ਰਸ਼ੰਸਾ ਪੱਤਰ ਲਿਖਦਾ ਹੈ। ਦਾਦੀ ਨੂੰ ਇੱਕ ਚਿੱਠੀ ਲਿਖ ਕੇ ਸਿਹਤ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ। ਤੀਸਰੇ ਨੰਬਰ 'ਤੇ ਸਮਾਲ ਗਰੁੱਪ ਕਮਿਊਨੀਕੇਸ਼ਨ। This type of communication takes place when there are more than two people involved. Each participant can interact and converse with the rest. ਇਸ ਤੋਂ ਭਾਵ ਹੈ ਕਿ ਇੱਕ ਕਿਸਮ ਦਾ ਸੰਚਾਰ ਉਦੋਂ ਹੁੰਦਾ ਹੈ ਜਦੋਂ ਦੋ ਜਾਂ ਦੋ ਤੋਂ ਲੋਕ ਵੱਧ ਸ਼ਾਮਿਲ ਹੁੰਦੇ ਹਨ। ਹਰੇਕ ਭਾਗੀਦਾਰ ਬਾਕੀ ਦੇ ਨਾਲ ਗੱਲਬਾਤ ਕਰ ਸਕਦਾ ਹੈ, ਜਿਵੇਂ ਕਿ ਪ੍ਰੈਸ ਕਾਨਫਰੰਸਾਂ, ਬੋਰਡ ਮੀਟਿੰਗਸ, ਟੀਮ ਦੀਆਂ ਮੀਟਿੰਗਾਂ ਆਦਿ। ਚੌਥੇ ਨੰਬਰ 'ਤੇ ਪਬਲਿਕ ਕਮਿਊਨੀਕੇਸ਼ਨ।
This type of communication takes place when the individual addresses a large gathering. ਇਸ ਤੋਂ ਭਾਵ ਹੈ ਕਿ ਇਸ ਕਿਸਮ ਦਾ ਸੰਚਾਰ ਉਦੋਂ ਹੁੰਦਾ ਹੈ ਜਦੋਂ ਇੱਕ ਵਿਅਕਤੀ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਿਤ ਕਰਦਾ ਹੈ। ਉਦਾਹਰਨ ਦੇ ਤੌਰ ਤੇ ਚੋਣ ਮੁਹਿੰਮਾਂ, ਪਤਵੰਤੇ ਸੱਜਣਾ ਵੱਲੋਂ ਜਨਤਕ ਭਾਸ਼ਣ ਆਦਿ। ਜ਼ੁਬਾਨੀ ਸੰਚਾਰ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਹੁੰਦੇ ਹਨ। ਪਹਿਲਾਂ ਅਸੀਂ ਸਭ ਤੋਂ ਇਹਨਾਂ ਦੇ ਫਾਇਦੇ ਦੇਖਾਂਗੇ। It is an easy mode of communication in which you can exchange ideas by saying what you want and get a quick response. Verbal communication also enables you to keep changing your interaction and per the other person's response. ਜਿਸ ਤੋਂ ਭਾਵ ਹੈ ਕਿ ਇਹ ਸੰਚਾਰ ਦਾ ਇੱਕ ਆਸਾਨ ਢੰਗ ਹੈ ਜਿਸ ਵਿੱਚ ਤੁਸੀਂ ਇਹ ਕਹਿ ਕੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ ਅਤੇ ਤੁਰੰਤ ਜਵਾਬ ਪ੍ਰਾਪਤ ਕਰ ਸਕਦੇ ਹੋ। ਜ਼ੁਬਾਨੀ ਸੰਚਾਰ ਤੁਹਾਨੂੰ ਦੂਜੇ ਵਿਅਕਤੀ ਦੇ ਜਵਾਬ ਅਨੁਸਾਰ ਆਪਣੀ ਗੱਲਬਾਤ ਨੂੰ ਬਦਲਦੇ ਰਹਿਣ ਦੇ ਯੋਗ ਵੀ ਕਰ ਦਿੰਦਾ ਹੈ। ਦੂਸਰੇ ਨੰਬਰ 'ਤੇ ਅਸੀਂ ਵੇਖਾਂਗੇ ਇਸ ਦੇ ਨੁਕਸਾਨ, ਭਾਵ disadvantages of verbal communication. Since verbal communication depends on written or spoken words, sometimes the meaning can be confusing and difficult to understand if the right words are not used. ਭਾਵ ਕਿਉਂਕਿ ਮੌਖਿਕ ਸੰਚਾਰ ਲਿਖਤੀ ਜਾਂ ਬੋਲੇ ਸ਼ਬਦਾਂ 'ਤੇ ਨਿਰਭਰ ਕਰਦਾ ਹੈ, ਕਈ ਵਾਰ ਅਰਥ ਉਲਝਣ ਅਤੇ ਮੁਸ਼ਕਿਲ ਹੋ ਸਕਦੇ ਹਨ ਜੇ ਸਹੀ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਵੇ। ਦੂਸਰੇ ਨੰਬਰ 'ਤੇ ਨੌਨ ਵਰਬਲ ਕਮਿਊਨੀਕੇਸ਼ਨ। ਨੌਨ ਵਰਬਲ ਕਮਿਊਨੀਕੇਸ਼ਨ ਇਜ਼ ਦੀ ਐਕਸਪ੍ਰੈਸ਼ਨ ਔਰ ਐਕਸਚੇਂਜ ਆਫ information or messages without using any spoken or written words. In other words, we send signals and messages to others through expressions, gestures, postures, touch, space and eye contact language. ਜਿਸ ਤੋਂ ਭਾਵ ਹੈ ਕਿ ਅਸੀਂ ਇਸ ਗੈਰ ਜ਼ੁਬਾਨੀ ਸੰਚਾਰ ਵਿੱਚ ਕਿਸੇ ਬੋਲਿਆਂ ਜਾਂ ਲਿਖਿਤ ਸ਼ਬਦਾਂ ਦੀ ਵਰਤੋਂ ਕੀਤੇ ਬਿਨਾਂ ਜਾਣਕਾਰੀ ਜਾਂ ਸੰਦੇਸ਼ਾਂ ਦਾ ਪ੍ਰਗਟਾਵਾ ਜਾਂ ਆਦਾਨ ਪ੍ਰਦਾਨ ਕਰਦੇ ਹਾਂ। ਦੂਜੇ ਸ਼ਬਦਾਂ ਵਿੱਚ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਸੰਕੇਤਾਂ ਅਤੇ ਸੰਦੇਸ਼ਾਂ ਨੂੰ ਸਮੀਕਰਨ, ਸੰਕੇਤਾਂ, ਆਸਣ ਛੂਹ, ਸਥਾਨ, ਅੱਖਾਂ ਦੇ ਸੰਪਰਕ ਜਾਂ ਪੈਰਾਂ ਦੀ ਭਾਸ਼ਾ ਨਾਲ ਦੂਸਰੇ ਨਾਲ ਸਾਂਝਾ ਕਰ ਸਕਦੇ ਹਾਂ। ਇਹ ਇੱਕ ਵਧੀਆ ਤਰੀਕਾ ਹੈ ਅਤੇ ਜ਼ੁਬਾਨੀ ਸੰਚਾਰ ਨਾਲੋਂ ਵੱਧ ਵਰਤਿਆ ਜਾਂਦਾ ਹੈ। ਇੰਪੋਰਟੈਂਸ ਆਫ ਨੌਨ ਵਰਬਲ ਕਮਿਊਨੀਕੇਸ਼ਨ, ਯਾਨੀ ਕਿ ਗੈਰ ਜ਼ੁਬਾਨੀ ਸੰਚਾਰ ਦੀ ਮਹੱਤਤਾ। ਆਓ ਇਸ ਬਾਰੇ ਜਾਣੀਏ। ਸਾਡੇ ਰੋਜ਼ਾਨਾ ਦੇ ਸੰਚਾਰ ਵਿੱਚ 55% ਕਮਿਊਨੀਕੇਸ਼ਨ ਇਜ਼ ਡਨ ਯੂਜ਼ਿੰਗ ਬੋਡੀ ਮੂਵਮੈਂਟ, ਫੇਸ, ਆਰਮਸ ਐਟਸੈਟਰਾ, ਯਾਨੀ ਕਿ 55% ਸੰਚਾਰ ਪ੍ਰਬੰਧਨ ਸਰੀਰ, ਅੰਦੋਲਨ, ਚਿਹਰਾ, ਹਥਿਆਰ ਆਦਿ ਨਾਲ ਕੀਤਾ ਜਾਂਦਾ ਹੈ। ਐਂਡ 38% ਕਮਿਊਨੀਕੇਸ਼ਨ ਇਜ਼ ਡਨ ਯੂਜ਼ਿੰਗ ਵੌਇਸ, ਟੋਨ, ਪੌਜ਼ਿਸ ਐਟਸੈਟਰਾ। 38% ਸੰਚਾਰ ਆਵਾਜ਼, ਸੁਰ, ਵਿਰਾਮ ਆਦਿ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ ਅਤੇ ਰੋਜ਼ਾਨਾ ਦੀ ਗੱਲਬਾਤ ਵਿੱਚ ਸਿਰਫ 7% ਸੰਚਾਰ ਸ਼ਬਦਾਂ ਦੀ ਵਰਤੋਂ ਦੇ ਨਾਲ ਕੀਤਾ ਜਾਂਦਾ ਹੈ, ਜੋ ਕਿ ਬਾਕੀ ਸੰਚਾਰ ਦੇ ਸਾਧਨਾਂ ਨਾਲੋਂ ਬਹੁਤ ਘੱਟ ਹੈ। ਜਿਸ ਤਰ੍ਹਾਂ ਅਸੀਂ ਵਰਬਲ ਕਮਿਊਨੀਕੇਸ਼ਨ ਦੇ ਵੱਖ-ਵੱਖ ਕਿਸਮਾਂ ਦੀ ਗੱਲ ਕੀਤੀ ਸੀ, ਹੁਣ ਇਸੇ ਤਰ੍ਹਾਂ ਹੀ ਅਸੀਂ ਨੌਨ ਵਰਬਲ ਯਾਨੀ ਕਿ ਗੈਰ ਜ਼ੁਬਾਨੀ ਕਿਸਮਾਂ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇਸ ਵਿੱਚ ਆਉਂਦਾ ਹੈ ਫੇਸ਼ੀਅਲ ਐਕਸਪ੍ਰੈਸ਼ਨਸ। Our expressions can show different feelings such as happiness, sadness, anger, surprise, fear, etc. ਯਾਨੀ ਕਿ ਚਿਹਰੇ ਦੇ ਸਮੀਕਰਨ। ਸਾਡੇ ਸਮੀਕਰਨ ਵੱਖੋ ਵੱਖਰੀਆਂ ਭਾਵਨਾਵਾਂ ਦਰਸਾ ਸਕਦੇ ਹਨ, ਜਿਵੇਂ ਕਿ ਖੁਸ਼ਹਾਲੀ, ਉਦਾਸੀ, ਗੁੱਸਾ, ਹੈਰਾਨੀ, ਡਰ ਆਦਿ। ਇਸ ਨੂੰ ਅਸਰਦਾਰ ਬਣਾਉਣ ਲਈ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਸਾਨੂੰ ਮੁਸਕਰਾਉਣਾ ਚਾਹੀਦਾ ਹੈ, ਆਪਣੇ ਚਿਹਰੇ ਨੂੰ ਆਰਾਮ ਦੇਣਾ ਚਾਹੀਦਾ ਹੈ, ਆਪਣੇ ਸ਼ਬਦਾਂ ਨਾਲ ਆਪਣੇ ਵਿਚਾਰਾਂ ਦਾ ਮੇਲ ਕਰਨਾ ਚਾਹੀਦਾ ਹੈ ਅਤੇ ਹਰ ਗੱਲ ਨੂੰ ਧਿਆਨ ਨਾਲ ਸਮਝਣਾ ਚਾਹੀਦਾ ਹੈ। ਇਸੇ ਤਰ੍ਹਾਂ ਦੂਸਰੇ ਨੰਬਰ 'ਤੇ ਪੋਸਚਰ। Postures show our confidence and feelings. For example, a straight body posture shows confidence while a slumped posture is a sign of weakness. ਯਾਨੀ ਕਿ ਆਸਣ। ਆਸਣ ਸਾਡੇ ਵਿਸ਼ਵਾਸ ਅਤੇ ਭਾਵਨਾਵਾਂ ਨੂੰ ਦਰਸਾਉਂਦੀਆਂ ਹਨ। ਉਦਾਹਰਨ ਦੇ ਤੌਰ 'ਤੇ ਇੱਕ ਸਿੱਧਾ ਸਰੀਰ ਦਾ ਆਸਣ ਆਤਮ ਵਿਸ਼ਵਾਸ ਦਰਸਾਉਂਦਾ ਹੈ, ਜਦੋਂ ਕਿ ਝੁਕਿਆ ਹੋਇਆ ਆਸਣ ਕਮਜ਼ੋਰੀ ਦਾ ਸੰਕੇਤ ਹੈ। ਜਦੋਂ ਅਸੀਂ ਮੁੜਦੇ ਹਾਂ ਜਾਂ ਸਿੱਧੇ ਹੋ ਕੇ ਸਰੀਰ ਨੂੰ ਆਰਾਮ ਦਿੰਦੇ ਹਾਂ ਤਾਂ ਇਸ ਤੋਂ ਭਾਵ ਹੈ ਕਿ ਅਸੀਂ ਆਤਮ ਵਿਸ਼ਵਾਸੀ ਹਾਂ।
ਆਪਣੇ ਹੱਥਾਂ ਅਤੇ ਪੈਰਾਂ ਨੂੰ ਆਰਾਮ ਵਾਲੀ ਸਥਿਤੀ ਵਿੱਚ ਆਰਾਮ ਦਿੰਦੇ ਹੋਏ ਸਿੱਧੇ ਬੈਠਣਾ ਚਾਹੀਦਾ ਹੈ। ਹੁਣ ਇਸੇ ਤਰ੍ਹਾਂ ਤੀਸਰੇ ਨੰਬਰ ਤੇ ਅਸੀਂ ਵੇਖਦੇ ਹਾਂ ਜੈਸਟਰਸ ਐਂਡ ਬੋਡੀ ਲੈਂਗੁਏਜ। Gestures include body movements that express an idea or meaning, for example, raising a hand in class to ask a question and biting nails whenever nervous। ਇਸ ਤੋਂ ਭਾਵ ਹੈ ਕਿ ਸੰਕੇਤਾਂ ਅਤੇ ਸਰੀਰ ਦੀਆਂ ਭਾਸ਼ਾ, ਇਸ਼ਾਰਿਆਂ ਅਤੇ ਵਿੱਚ ਸਰੀਰ ਦੀਆਂ ਹਰਕਤਾਂ ਸ਼ਾਮਿਲ ਹੁੰਦੀਆਂ ਹਨ ਜੋ ਕਿਸੇ ਵਿਚਾਰ ਜਾਂ ਅਰਥ ਨੂੰ ਦਰਸਾਉਂਦੀਆਂ ਹਨ। ਉਦਾਹਰਨ ਦੇ ਤੌਰ ਤੇ ਇੱਕ ਸਵਾਲ ਪੁੱਛਣ ਲਈ ਕਲਾਸ ਵਿੱਚ ਇੱਕ ਹੱਥ ਵਧਾਉਣਾ ਅਤੇ ਘਬਰਾਉਣ ਵੇਲੇ ਨਹੁੰਆਂ ਨੂੰ ਕੱਟਣਾ, ਇਹ ਵੱਖ-ਵੱਖ ਤਰ੍ਹਾਂ ਦੇ ਸਰੀਰ ਦੀਆਂ ਭਾਸ਼ਾਵਾਂ ਨੂੰ ਦਰਸਾਉਂਦਾ ਹੈ। ਚੌਥੇ ਨੰਬਰ ਤੇ ਟੱਚ। ਵੀ ਕਮਿਊਨੀਕੇਟ ਅ ਗ੍ਰੇਟ ਡੀਲ ਥਰੂ ਟੱਚ। For example, a firm handshake to display confidence and pat on the back to encourage someone। ਜਿਸ ਤੋਂ ਭਾਵ ਹੈ ਕਿ ਅਸੀਂ ਸੰਪਰਕ ਦੁਆਰਾ ਇੱਕ ਬਹੁਤ ਵੱਡਾ ਸੌਦਾ ਸੰਚਾਰ ਕਰਦੇ ਹਾਂ। ਉਦਾਹਰਨ ਲਈ ਪ੍ਰਦਰਸ਼ਿਤ ਕਰਨ ਲਈ ਇੱਕ ਪੱਕਾ ਹੈਂਡਸ਼ੇਕ ਵਿਸ਼ਵਾਸ ਹੈ ਅਤੇ ਪਿੱਠ 'ਤੇ ਥੱਪੜ ਕਿਸੇ ਨੂੰ ਉਤਸ਼ਾਹਿਤ ਕਰਨ ਲਈ, ਯਾਨੀ ਕਿ ਹੱਥ ਮਜ਼ਬੂਤੀ ਨਾਲ ਹਿਲਾ ਕੇ ਜਦ ਕਿਸੇ ਵੱਲ ਮਿਲਾਉਂਦੇ ਹਾਂ ਤਾਂ ਉਸ ਤੋਂ ਭਾਵ ਹੈ ਕਿ ਅਸੀਂ ਉਸ 'ਤੇ ਵਿਸ਼ਵਾਸ ਕਰਦੇ ਹਾਂ। ਪੰਜਵੇਂ ਨੰਬਰ ਤੇ ਸਪੇਸ। Space is the physical distance between two people. The space between two persons while communicating generally depends on the intimacy or closeness between them। ਯਾਨੀ ਕਿ ਸਪੇਸ ਦੇ ਦੋ ਲੋਕਾਂ ਵਿਚਕਾਰ ਸਰੀਰਕ ਦੂਰੀ ਹੈ। ਸੰਚਾਰ ਕਰਦੇ ਸਮੇਂ ਦੋਵਾਂ ਵਿਅਕਤੀਆਂ ਵਿਚਕਾਰ ਸਪੇਸ ਆਮ ਤੌਰ ਤੇ ਉਹਨਾਂ ਦੇ ਵਿਚਕਾਰ ਨੇੜਤਾ ਜਾਂ ਨੇੜਤਾ ਤੇ ਨਿਰਭਰ ਕਰਦਾ ਹੈ। ਰਿਸ਼ਤੇ ਦੇ ਆਧਾਰ ਤੇ ਉਚਿਤ ਜਗ੍ਹਾ ਬਣਾਈ ਰੱਖੋ ਜੋ ਰਸਮੀ ਤੇ ਗੈਰ ਰਸਮੀ ਹੋ ਸਕਦੀ ਹੈ ਜਾਂ ਉਸ ਵਿਅਕਤੀ ਨਾਲ ਨੇੜਤਾ ਹੋ ਸਕਦੀ ਹੈ ਜਿਸ ਨਾਲ ਤੁਸੀਂ ਗੱਲਬਾਤ ਕਰਦੇ ਹੋ, ਜੋ ਕਿ ਸਪੇਸ ਦੁਆਰਾ ਦਰਸਾਈ ਜਾਂਦੀ ਹੈ। ਛੇਵੇਂ ਨੰਬਰ ਤੇ ਆਈ ਕੰਟੈਕਟ। The way we look at someone can communicate a lot। Eye contact shows that we are paying attention to the person as opposed to looking away, which can make other persons feel ignored। ਇਸ ਤੋਂ ਭਾਵ ਹੈ ਕਿ ਜਿਸ ਤਰੀਕੇ ਨਾਲ ਅਸੀਂ ਕਿਸੇ ਨੂੰ ਵੇਖਦੇ ਹਾਂ ਉਹ ਬਹੁਤ ਸੰਚਾਰ ਕਰਦਾ ਹੈ। ਅੱਖਾਂ ਦੇ ਸੰਪਰਕ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਸ ਵਿਅਕਤੀ ਵੱਲ ਧਿਆਨ ਦੇ ਰਹੇ ਹਾਂ ਜਿਸ ਨੂੰ ਵੇਖਣ ਦੀ ਬਜਾਏ ਦੂਸਰਾ ਵਿਅਕਤੀ ਨਜ਼ਰਅੰਦਾਜ਼ ਮਹਿਸੂਸ ਕਰ ਸਕਦਾ ਹੈ। ਨੰਬਰ ਤੇ ਪੈਰਾ ਲੈਂਗੁਏਜ। ਹਾਊ ਵੀ ਸਪੀਕ ਅਫੈਕਟਸ ਆਵਰ ਕਮਿਊਨੀਕੇਸ਼ਨ ਐਂਡ ਇਨਕਲੂਡਸ ਦੀ ਟੋਨ, ਸਪੀਡ ਐਂਡ ਵੋਲਿਊਮ ਆਫ ਆਵਰ ਵੌਇਸ। ਫॉर एग्जाम्पल, टॉकिंग फास्ट may show happiness, excitement or nervousness, while speaking slow may show seriousness or sadness। ਅਸੀਂ ਕਿਵੇਂ ਬੋਲਦੇ ਹਾਂ ਸਾਡੇ ਸੰਚਾਰ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਸਾਡੀ ਆਵਾਜ਼ ਦੀ ਧੁਨ, ਗਤੀ ਅਤੇ ਖੰਡ ਵੀ ਸ਼ਾਮਿਲ ਕਰਦੇ ਹਨ। ਉਦਾਹਰਨ ਦੇ ਲਈ ਤੇਜ਼ ਬੋਲਣਾ ਖੁਸ਼ੀ, ਉਤਸ਼ਾਹ ਜਾਂ ਘਬਰਾਹਟ ਦਿਖਾ ਸਕਦਾ ਹੈ, ਜਦੋਂ ਕਿ ਹੌਲੀ ਬੋਲਣ ਨਾਲ ਗੰਭੀਰਤਾ ਜਾਂ ਉਦਾਸੀ ਹੋ ਸਕਦੀ ਹੈ। ਇਹ ਅੱਜ ਦਾ ਵਿਸ਼ਾ ਸੀ ਸੰਚਾਰ ਦੇ ਢੰਗ ਅਤੇ ਆਓ ਹੁਣ ਇਸ ਦੇ ਕੁਝ ਪ੍ਰਸ਼ਨ ਦੇਖੀਏ। ਸਭ ਤੋਂ ਪਹਿਲਾ ਪ੍ਰਸ਼ਨ, ਵਿਚ ਆਫ ਦੀ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਔਰਲ ਕਮਿਊਨੀਕੇਸ਼ਨ। ਯਾਨੀ ਕਿ ਇਹਨਾਂ ਵਿੱਚੋਂ ਕਿਹੜਾ ਮੌਖਿਕ ਸੰਚਾਰ ਹੈ। ਜਿਵੇਂ ਕਿ 4 ਆਪਸ਼ਨਸ ਸਾਨੂੰ ਦਿੱਤੀਆਂ ਹਨ, ਅਖਬਾਰ, ਪੱਤਰ, ਫੋਨ ਕਾਲ, ਈਮੇਲ। ਹੁਣ ਇਹਨਾਂ ਵਿੱਚੋਂ ਅਸੀਂ ਵੇਖੀਏ ਤਾਂ ਮੌਖਿਕ ਸੰਚਾਰ ਫੋਨ ਕਾਲ ਹੈ ਕਿਉਂਕਿ ਅਖਬਾਰ, ਪੱਤਰ, ਈਮੇਲ ਇਹ ਲਿਖਿਤ ਸੰਚਾਰ ਹੈ। ਦੂਸਰਾ ਪ੍ਰਸ਼ਨ, ਵਟ ਆਰ ਦੀ ਟਾਈਪਸ ਆਫ ਵਰਡਸ ਵੀ ਸ਼ੁੱਡ ਯੂਜ਼ ਫॉर ਵਰਬਲ ਕਮਿਊਨੀਕੇਸ਼ਨ। ਯਾਨੀ ਕਿ ਜ਼ੁਬਾਨੀ ਸੰਚਾਰ ਲਈ ਸਾਨੂੰ ਕਿਸ ਕਿਸਮ ਦੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੀਆਂ 4 ਆਪਸ਼ਨਸ ਐਕਰੋਨੀਅਮ ਸੰਖੇਪ ਸ਼ਬਦ, ਸਿੰਪਲ ਆਸਾਨ, ਟੈਕਨੀਕਲ ਤਕਨੀਕੀ, ਜਾਰਗਨਸ ਯਾਨੀ ਕਿ ਜਾਰਗਨਸ। ਇਹਦਾ ਸਹੀ ਉੱਤਰ ਸਿੰਪਲ ਆਵੇਗਾ। ਸਾਨੂੰ ਹਮੇਸ਼ਾ ਜ਼ੁਬਾਨੀ ਸੰਚਾਰ ਲਈ ਆਸਾਨ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਇਹ ਸਾਡੇ ਲਈ ਮੁਸ਼ਕਿਲ ਪੈਦਾ ਨਾ ਕਰਨ। ਤੀਸਰਾ ਪ੍ਰਸ਼ਨ, ਵਾਈ ਡੂ ਵੀ ਯੂਜ਼ ਈਮੇਲਸ। ਅਸੀਂ ਈਮੇਲ ਦੀ ਵਰਤੋਂ ਕਿਉਂ ਕਰਦੇ ਹਾਂ। ਟੂ ਕਮਿਊਨੀਕੇਟ ਵਿਦ ਮੈਨੀ ਪੀਪਲ ਐਟ ਦੀ ਸੇਮ ਟਾਈਮ। ਇੱਕੋ ਸਮੇਂ ਬਹੁਤ ਸਾਰੇ ਲੋਕਾਂ ਨਾਲ ਸੰਚਾਰ ਕਰਨ ਦੇ ਲਈ। ਟੂ ਸ਼ੇਅਰ ਡਾਕੂਮੈਂਟ ਐਂਡ ਫਾਈਲਸ। ਦਸਤਾਵੇਜ਼ਾਂ ਅਤੇ ਫਾਈਲਾਂ ਨੂੰ ਸਾਂਝਾ ਕਰਨ ਲਈ। ਟੂ ਟਾਕ ਟੂ ਈਚ ਅਦਰ ਇਨ ਰੀਅਲ ਟਾਈਮ। ਇੱਕ ਦੂਜੇ ਨਾਲ ਅਸਲ ਵਿੱਚ ਗੱਲਬਾਤ ਕਰਨ ਦੇ ਲਈ।
ਟੂ ਕੀਪ ਅ ਰਿਕਾਰਡ ਆਫ ਕਮਿਊਨੀਕੇਸ਼ਨ ਜਾਂ ਸੰਚਾਰ ਦਾ ਰਿਕਾਰਡ ਰੱਖਣ ਲਈ। ਇਸ ਵਿੱਚ ਅਸੀਂ ਵੇਖੀਏ ਤਾਂ ਇਸ ਵਿੱਚ ਅਸੀਂ ਦੂਸਰੀ ਆਪਸ਼ਨ 'ਤੇ ਟਿਕ ਕਰਾਂਗੇ, ਯਾਨੀ ਕਿ ਦਸਤਾਵੇਜ਼ਾਂ ਅਤੇ ਫਾਈਲਾਂ ਨੂੰ ਸਾਂਝਾ ਕਰਨ ਦੇ ਲਈ। ਇਹ ਸਭ ਤੋਂ ਵਧੀਆ ਜ਼ਰੀਆ ਹੈ ਈਮੇਲ। ਚੌਥਾ ਪ੍ਰਸ਼ਨ, ਵਿਚ ਆਫ ਥੀਸ ਇਜ਼ ਪੋਜ਼ਿਟਿਵ ਫੇਸ਼ੀਅਲ ਐਕਸਪ੍ਰੈਸ਼ਨ। ਇਹਨਾਂ ਵਿੱਚੋਂ ਕਿਹੜਾ ਚਿਹਰਾ ਸਕਾਰਾਤਮਕ ਚੰਗਾ ਹੈ? ਪਹਿਲਾ, ਫਰੋਨਿੰਗ ਵਾਈਲ ਕੰਸਨਟਰੇਟਿੰਗ, ਧਿਆਨ ਕੇਂਦਰਿਤ ਕਰਦੇ ਹੋਏ ਡਰਾਉਣਾ। ਮੇਨਟੇਨਿੰਗ ਆਈ ਕੰਟੈਕਟ, ਅੱਖ ਦੇ ਸੰਪਰਕ ਨੂੰ ਬਣਾਈ ਰੱਖਣਾ। ਸਮਾਈਲਿੰਗ ਕੰਟੀਨਿਊਸਲੀ, ਨਿਰੰਤਰ ਮੁਸਕਰਾਉਂਦੇ ਹੋਏ। ਰੋਲਿੰਗ ਅਪ ਯੋਰ ਆਈਜ਼, ਆਪਣੀਆਂ ਅੱਖਾਂ ਨੂੰ ਘੁਮਾਉਣਾ। ਤਾਂ ਇਸ ਵਿੱਚੋਂ ਅਸੀਂ ਤੀਸਰੀ ਆਪਸ਼ਨ ਨੂੰ ਟਿਕ ਕਰਾਂਗੇ, ਯਾਨੀ ਕਿ ਨਿਰੰਤਰ ਮੁਸਕਰਾਉਂਦੇ ਹੋਏ ਇੱਕ ਬਹੁਤ ਹੀ ਵਧੀਆ ਚਿਹਰਾ ਸਕਾਰਾਤਮਕ ਹੈ। ਪੰਜਵਾਂ ਪ੍ਰਸ਼ਨ, ਵਟ ਡਜ਼ ਐਨ ਅਪਰਾਈਟ ਬੋਡੀ ਪੋਸਚਰ ਕਨਵੇ ਔਰ ਸ਼ੋ। ਇੱਕ ਸਿੱਧਾ ਸਰੀਰ ਦਾ ਆਸਣ ਕੀ ਦਰਸਾਉਂਦਾ ਹੈ? ਫਸਟ, ਪ੍ਰਾਈਡ, ਹੰਕਾਰ, ਪ੍ਰੋਫੈਸ਼ਨਲਿਜ਼ਮ, ਪੇਸ਼ੇਵਾਰਨਾ, ਕੌਨਫੀਡੈਂਸ, ਭਰੋਸਾ, ਹਿਊਮਿਲਿਟੀ, ਨਿਮਰਤਾ। ਇਸ ਦਾ ਸਹੀ ਉੱਤਰ ਤੀਸਰਾ ਕੌਨਫੀਡੈਂਸ ਯਾਨੀ ਕਿ ਭਰੋਸਾ ਹੈ, ਜਿਸ ਤੋਂ ਭਾਵ ਜਦ ਅਸੀਂ ਇੱਕ ਸਿੱਧਾ ਸਰੀਰ ਆਸਣ ਦਰਸਾਉਂਦੇ ਹਾਂ, ਭਾਵ ਕਿ ਅਸੀਂ ਪੂਰੇ ਵਿਸ਼ਵਾਸ ਨਾਲ ਗੱਲਬਾਤ ਕਰ ਰਹੇ ਹਾਂ। ਛੇਵਾਂ ਪ੍ਰਸ਼ਨ, ਵਿਚ ਆਫ ਥੀਸ ਇਜ਼ ਨਾਟ ਐਨ ਐਪਰੋਪ੍ਰੀਏਟ ਨਾਨ ਵਰਬਲ ਕਮਿਊਨੀਕੇਸ਼ਨ ਐਟ ਵਰਕ। ਇਹਨਾਂ ਵਿੱਚੋਂ ਕਿਹੜਾ ਕੰਮ ਤੇ ਢੁਕਵਾਂ ਗੈਰ ਜ਼ੁਬਾਨੀ ਸੰਚਾਰ ਨਹੀਂ ਹੈ? ਪਹਿਲਾ, ਕੀਪਿੰਗ ਹੈਂਡਸ ਇਨ ਪॉकेट्स ਵਾਈਲ ਟਾਕਿੰਗ, ਗੱਲ ਕਰਦੇ ਸਮੇਂ ਜੇਬਾਂ ਵਿੱਚ ਹੱਥ ਰੱਖਣਾ। ਟਾਕਿੰਗ ਐਟ ਮੋਡਰੇਟ ਸਪੀਡ, ਦਰਮਿਆਨੀ ਗਤੀ 'ਤੇ ਗੱਲ ਕੀਤੀ ਜਾ ਰਹੀ ਹੈ। ਸਿਟਿੰਗ ਸਟ੍ਰੇਟ, ਸਿੱਧੇ ਬੈਠਣਾ। ਟਿਲਟਿੰਗ ਹੈਡ ਅ ਬਿਟ ਟੂ ਲਿਸਨ, ਸੁਣਨ ਵੇਲੇ ਸਿਰ ਨੂੰ ਥੋੜ੍ਹਾ ਝੁਕਾਉਣਾ। ਇਸ ਦਾ ਸਹੀ ਉੱਤਰ ਬੀ ਹੈ, ਕਿਉਂਕਿ ਗੈਰ ਜ਼ੁਬਾਨੀ ਸੰਚਾਰ ਸਮੇਂ ਅਸੀਂ ਕਦੀ ਵੀ ਆਪਣੇ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ। ਇਸ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਹਾਵ ਪ੍ਰਭਾਵ ਦਰਸਾਉਂਦੇ ਹਾਂ, ਜਿਸ ਨੂੰ ਗੈਰ ਜ਼ੁਬਾਨੀ ਸੰਚਾਰ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 7, ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਕਮਿਊਨੀਕੇਸ਼ਨ। ਸੰਚਾਰ ਬਾਰੇ ਕਿਹੜਾ ਸੱਚ ਹੈ? ਪਹਿਲਾ, 50% ਆਫ ਆਵਰ ਕਮਿਊਨੀਕੇਸ਼ਨ ਇਜ਼ ਨਾਨ ਵਰਬਲ। ਸਾਡੇ ਸੰਚਾਰ ਦਾ 50% ਗੈਰ ਜ਼ੁਬਾਨੀ ਹੈ। 20% ਕਮਿਊਨੀਕੇਸ਼ਨ ਇਜ਼ ਡਨ ਯੂਜ਼ਿੰਗ ਬੋਡੀ ਮੂਵਮੈਂਟ, ਫੇਸ, ਆਰਮਸ ਐਟਸੈਟਰਾ। 20% ਸੰਚਾਰ ਸਰੀਰ ਦੀਆਂ ਹਰਕਤਾਂ, ਚਿਹਰੇ, ਹਥਿਆਰਾਂ ਆਦਿ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ। 5% ਕਮਿਊਨੀਕੇਸ਼ਨ ਇਜ਼ ਡਨ ਯੂਜ਼ਿੰਗ ਵੌਇਸ, ਟੋਨ, ਪੌਸਿਸ ਐਟਸੈਟਰਾ। ਆਵਾਜ਼, ਟੋਨ, ਵਿਰਾਮ ਆਦਿ ਦੀ ਵਰਤੋਂ ਕਰਕੇ 5% ਸੰਚਾਰ ਦੀ ਵਰਤੋਂ ਕੀਤੀ ਜਾਂਦੀ ਹੈ। 7% ਕਮਿਊਨੀਕੇਸ਼ਨ ਇਜ਼ ਡਨ ਯੂਜ਼ਿੰਗ ਵਰਡਸ। 7% ਸੰਚਾਰ ਸ਼ਬਦਾਂ ਦੀ ਵਰਤੋਂ ਨਾਲ ਕੀਤਾ ਜਾਂਦਾ ਹੈ। ਇਸ ਵਿੱਚੋਂ ਅਸੀਂ ਚੌਥੇ ਨੰਬਰ 'ਤੇ ਟਿਕ ਕਰਾਂਗੇ, ਯਾਨੀ ਕਿ 7% ਸੰਚਾਰ ਸ਼ਬਦਾਂ ਦੀ ਵਰਤੋਂ ਨਾਲ ਕੀਤਾ ਜਾਂਦਾ ਹੈ। ਜਿਵੇਂ ਕਿ ਅਸੀਂ ਪੜ੍ਹਿਆ ਸੀ, 55% ਸੰਚਾਰ ਸਰੀਰ ਦੀਆਂ ਹਰਕਤਾਂ, ਚਿਹਰੇ, ਹਥਿਆਰਾਂ ਆਦਿ ਰਾਹੀਂ ਕੀਤਾ ਜਾਂਦਾ ਹੈ ਅਤੇ 38% ਆਵਾਜ਼, ਟੋਨ, ਵਿਰਾਮ ਆਦਿ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ। ਪ੍ਰਸ਼ਨ ਨੰਬਰ 8, ਬਾਈ ਵਿਚ ਐਕਸ਼ਨ ਕੈਨ ਸੈਂਡਰਸ ਸੈਂਡ ਦੇਅਰ ਮੈਸੇਜ। ਯਾਨੀ ਕਿ ਕਿਸ ਕਾਰਵਾਈ ਦੁਆਰਾ ਭੇਜਣ ਵਾਲੇ ਆਪਣਾ ਸੰਦੇਸ਼ ਭੇਜ ਸਕਦੇ ਹਨ? ਪਹਿਲਾ, ਜੈਸਟਰਸ, ਇਸ਼ਾਰੇ। ਦੂਸਰਾ, ਸਪੀਕਿੰਗ, ਬੋਲ ਕੇ। ਤੀਸਰਾ, ਰੀਡਿੰਗ, ਪੜ੍ਹ ਕੇ। ਚੌਥਾ, ਰਾਈਟਿੰਗ, ਲਿਖ ਕੇ। ਇਸ ਵਿੱਚੋਂ ਸਹੀ ਆਪਸ਼ਨ ਹੈ ਸਪੀਕਿੰਗ। ਇੱਕ ਭੇਜਣ ਵਾਲਾ ਆਪਣਾ ਸੰਦੇਸ਼ ਬੋਲ ਕੇ ਦੂਸਰਿਆਂ ਤੱਕ ਪਹੁੰਚਾ ਸਕਦਾ ਹੈ। 9ਵਾਂ ਪ੍ਰਸ਼ਨ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਐਨ ਐਲੀਮੈਂਟ ਆਫ ਕਮਿਊਨੀਕੇਸ਼ਨ ਵਿਦਿਨ ਦੀ ਕਮਿਊਨੀਕੇਸ਼ਨ ਪ੍ਰੋਸੈਸ ਸਾਈਕਲ। ਹੇਠ ਲਿਖਿਆਂ ਵਿੱਚੋਂ ਕਿਹੜਾ ਸੰਚਾਰ ਪ੍ਰਕਿਰਿਆ ਦੇ ਚੱਕਰ ਵਿੱਚ ਸੰਚਾਰ ਦਾ ਤੱਤ ਨਹੀਂ ਹੈ? ਚੈਨਲ, ਰਿਸੀਵਰ ਪ੍ਰਾਪਤ ਕਰਨ ਵਾਲਾ, ਸੈਂਡਰ ਭੇਜਣ ਵਾਲਾ, ਟਾਈਮ ਸਮਾਂ। ਕਮਿਊਨੀਕੇਸ਼ਨ ਸਾਈਕਲ ਵਿੱਚ ਅਸੀਂ 4 ਤਰ੍ਹਾਂ ਦੇ ਤੱਤ ਪੜ੍ਹੇ ਸੀ। ਪਹਿਲਾ, ਸੈਂਡਰ ਯਾਨੀ ਕਿ ਸੁਨੇਹਾ ਭੇਜਣ ਵਾਲਾ। ਦੂਸਰਾ, ਮੈਸੇਜ ਯਾਨੀ ਕਿ ਸੁਨੇਹਾ। ਤੀਸਰਾ, ਚੈਨਲ। ਚੌਥਾ, ਰਿਸੀਵਰ ਯਾਨੀ ਕਿ ਪ੍ਰਾਪਤਕਰਤਾ। ਅਤੇ ਪੰਜਵਾਂ, ਫੀਡਬੈਕ। ਹੁਣ ਇਹਨਾਂ ਵਿੱਚੋਂ ਵੇਖੀਏ ਤਾਂ ਚੌਥੀ ਆਪਸ਼ਨ ਗਲਤ ਹੈ, ਜੋ ਕਿ ਸਮਾਂ। ਸਮਾਂ ਅਸੀਂ ਇਸ ਚੱਕਰ ਵਿੱਚ ਨਹੀਂ ਗਿਣਦੇ, ਕਿਉਂਕਿ ਇਹ ਇੱਕ ਸੰਚਾਰ ਦਾ ਤੱਤ ਨਹੀਂ ਹੈ।
प्रश्न नंबर 10, यू नीड टू अप्लाई लीव एट वर्क, विच मैथड ऑफ कम्युनिकेशन विल यू यूज़। मतलब कि ਤੁਹਾਨੂੰ ਕੰਮ ਤੇ ਛੁੱਟੀ ਲਾਗੂ ਕਰਨ ਦੀ ਜ਼ਰੂਰਤ ਹੈ, ਤੁਸੀਂ ਸੰਚਾਰ ਦਾ ਕਿਹੜਾ ਤਰੀਕਾ ਵਰਤੋਗੇ। ਪਹਿਲਾ ਈਮੇਲ, ਦੂਸਰਾ ਪੋਸਚਰ, ਤੀਸਰਾ ਨਿਊਜ਼ਲੈਟਰ, ਚੌਥਾ ਬਲੌਗ। ਹੁਣ ਇਸ ਵਿੱਚੋਂ ਅਸੀਂ ਛੁੱਟੀ ਅਪਲਾਈ ਕਰਨ ਦੇ ਲਈ ਈਮੇਲ ਦੀ ਵਰਤੋਂ ਕਰਾਂਗੇ, ਜੋ ਕਿ ਸਭ ਤੋਂ ਸੌਖਾ ਜ਼ਰੀਆ ਹੈ ਅਤੇ ਬਹੁਤ ਸਾਰੇ ਆਫਿਸ ਵਿੱਚ ਇਹ ਯੂਜ਼ ਕੀਤਾ ਜਾਂਦਾ ਹੈ। ਅੱਜ ਦੇ ਇਸ ਸੈਸ਼ਨ ਵਿੱਚ ਅਸੀਂ ਸਭ ਤੋਂ ਪਹਿਲਾਂ ਮੈਥਡਸ ਆਫ ਕਮਿਊਨੀਕੇਸ਼ਨ ਭਾਵ ਸੰਚਾਰ ਦੇ ਕਿਸਮਾਂ ਬਾਰੇ ਗੱਲ ਕੀਤੀ ਹੈ, ਜੋ ਕਿ ਦੋ ਤਰ੍ਹਾਂ ਦੀਆਂ ਹਨ, ਵਰਬਲ ਜ਼ੁਬਾਨੀ, ਨੌਨ ਵਰਬਲ ਗੈਰ ਜ਼ੁਬਾਨੀ। ਸਭ ਤੋਂ ਪਹਿਲਾਂ ਜ਼ੁਬਾਨੀ ਵਿੱਚ ਅਸੀਂ ਉਸ ਦੀਆਂ ਕਿਸਮਾਂ, ਉਸ ਦੇ ਫਾਇਦੇ, ਉਸ ਦੇ ਨੁਕਸਾਨ ਬਾਰੇ ਵਿਚਾਰ ਕੀਤੀ ਹੈ। ਦੂਸਰੇ ਨੰਬਰ 'ਤੇ ਨੌਨ ਵਰਬਲ ਯਾਨੀ ਕਿ ਗੈਰ ਜ਼ੁਬਾਨੀ ਦੀਆਂ ਕਿਸਮਾਂ ਬਾਰੇ ਗੱਲ ਕੀਤੀ ਹੈ ਅਤੇ ਅਸੀਂ ਇਸ ਵਿੱਚ 10 ਮਲਟੀਪਲ ਚੁਆਇਸ ਕੁਐਸਚਨ ਵੀ ਸਾਂਝੇ ਕੀਤੇ ਹਨ ਅਤੇ ਉਹਨਾਂ ਦੇ ਜਵਾਬ ਬਾਰੇ ਵੀ ਗੱਲਬਾਤ ਕੀਤੀ ਹੈ। ਤੋ ਇਸ ਨਾਲ ਅੱਜ ਦਾ ਇਹ ਸੈਸ਼ਨ ਖਤਮ ਹੁੰਦਾ ਹੈ।